हेलो स्टूडेंट्स बेटे लास्ट टॉपिक का आपका कितना सीगा रॉड्स आज का अपना टॉपिक है बेटे ऑन दी बेसिस ऑफ रॉड्स लॉ ਦੇ बेसिस ਤੇ ਜਿਹੜਾ ਲਿਕੁਇਡ ਸੋਲੂਸ਼ਨ ਹੁੰਦਾ ਹੈ ਠੀਕ ਹੈ ਬੇਟੇ ਔਨ ਦੀ ਬੇਸਿਸ ਆਫ ਰੌਡਸ ਲॉ ਜਿਹੜਾ ਲਿਕੁਇਡ ਸੋਲੂਸ਼ਨ ਹੁੰਦਾ ਹੈ ਉਹਨੂੰ ਕਲਾਸੀਫਾਈ ਕੀਤਾ ਗਿਆ ਹੈ ਦੋ ਕੈਟਾਗਰੀਜ਼ ਦੇ ਵਿੱਚ ਆਈਡੀਅਲ ਸੋਲੂਸ਼ਨ ਐਂਡ ਨॉन ਆਈਡੀਅਲ ਸੋਲੂਸ਼ਨ ठीक है बेटे on the basis of Rod's law liquid solution can be classified into two categories ideal and non ideal solution ठीक है बेटे ਹੁਣ ਆਪਾਂ ਪੜਾਂਗੇ ਆਈਡੀਅਲ ਤੇ ਨॉन ਆਈਡੀਅਲ ਸੋਲੂਸ਼ਨ ਕਿਹੜੇ ਸੋਲੂਸ਼ਨ ਹੁੰਦੇ ਆ ਪਹਿਲਾ ਬੇਟੇ ਆਪਣੇ ਕੋਲੇ ਆਈਡੀਅਲ ਸੋਲੂਸ਼ਨ ਫਸਟ ਕੀ ਆਪਣੇ ਕੋਲੇ ਆਈਡੀਅਲ ਸੋਲੂਸ਼ਨ ਕੀ ਹੁੰਦਾ ਆਈਡੀਅਲ ਸੋਲੂਸ਼ਨ an ideal solution is that solution in which each component मतलब एक A solute होएगा तो एक की होएगा B solvent obey Rod's law under all condition of temperature and concentration मतलब ਉਹ ਸੋਲੂਸ਼ਨ ਜਿੰਦੇ ਕੰਪੋਨੈਂਟਸ ਓਬੇ ਕਰਨ ਕਿਨੂੰ Rod's law ਨੂੰ all conditions of temperature and concentration ਉਹਨਾਂ ਸੋਲੂਸ਼ਨਸ ਨੂੰ ਆਪਾਂ ਕੀ ਕਹਿ ਦਿੰਦੇ ਆ ਬੇਟੇ आइडियल सॉल्यूशन ठीक है बेटे Rod's law ਨੂੰ ओबे करते हैं ठीक है किसी भी टेंपरेचर ਤੇ ਕਿਸੇ ਵੀ कंसंट्रेशन ਤੇ ਯਾਰ ਇਹਦੀ ਡੈਫੀਨੇਸ਼ਨ बेटे एक ਹੋਰ ਕੀ ਹੋ ਸਕਦੀ ਹੈ an ideal solution may be defined as that solution in which no volume change and no enthalpy change takes place on mixing the solute and the solvent in any proportion देखो बेटे की कहने ਵਿੱਚ ਵੀ ਆਈਡੀਅਲ ਸੋਲੂਸ਼ਨ ਆ ਉਹ ਸੋਲੂਸ਼ਨ ਵੀ ਹੁੰਦਾ ਹੈ ਜਦੋਂ ਆਪਾਂ ਸੋਲਿਊਟ ਤੇ ਸੋਲਵੈਂਟ ਨੂੰ ਮਿਕਸ ਕਰਦੇ ਹਾਂ ਠੀਕ ਹੈ ਸੋਲਿਊਟ ਤੇ ਸੋਲਵੈਂਟ ਦੋਨਾਂ ਨੂੰ ਕੀ ਕਰਤਾ ਬੇਟੇ ਆਪਾਂ ਮਿਕਸ ਤੇ ਇਹਨਾਂ ਦੇ ਵੋਲਿਊਮ ਤੇ ਇਹਨਾਂ ਦੀ ਐਂਥੈਲਪੀ ਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ ਮਤਲਬ ਡੈਲਟਾ H ਮਿਕਸਿੰਗ ਜਿਹੜੀ ਐਂਥੈਲਪੀ ਹੋਏਗੀ ਉਹ ਇਕੁਅਲ ਟੂ 0 ਹੋਏਗੀ ਕਿਉਂਕਿ ਕੋਈ ਚੇਂਜ ਨਹੀਂ ਆਇਆ ਉਹਦੇ ਵਿੱਚ ਤੇ ਡੈਲਟਾ V ਮਿਕਸਿੰਗ ए भी कितने बराबर होएगी 0 ਦੇ ਕਿਉਂਕਿ नो वॉल्यूम चेंज नो एंथैल्पी चेंज ਜਦੋਂ ਆਪਾਂ ਸੋਲਿਊਟ ਤੇ ਸੋਲਵੈਂਟ ਨੂੰ ਕੀ ਕਰਤਾ ਬੇਟੇ ਮਿਕਸ ਕਰਤਾ ਇਹਨਾਂ ਦੇ ਵੋਲਿਊਮ ਤੇ ਐਂਥੈਲਪੀ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ ਉਹਨਾਂ ਸੋਲੂਸ਼ਨਸ ਨੂੰ ਆਪਾਂ ਕੀ ਕਹਿ ਦਿੰਦੇ ਆ ਬੇਟੇ ਆਈਡੀਅਲ ਸੋਲੂਸ਼ਨ ਇਹ ਸੈਕੰਡ ਡੈਫੀਨੇਸ਼ਨ ਹੋ ਗਈ ਜਾਂ ਬੇਟੇ ਨੂੰ ਆਪਾਂ ਹੋਰ ਕਿਵੇਂ ਡਿਫਾਈਨ ਕਰ ਸਕਦੇ ਆ ਇਨ ਐਨ ਆਈਡੀਅਲ ਸੋਲੂਸ਼ਨ ਆਫ ਦੀ ਕੰਪੋਨੈਂਟਸ ਜਿਹੜੇ ਆਈਡੀਅਲ ਸੋਲੂਸ਼ਨ ਦੇ ਕੰਪੋਨੈਂਟਸ ਹੋਣਗੇ A ਤੇ B दो कंपोनेंट आप मिक्स करते हैं सोल्यूट सॉल्वेंट आप मिक्स करता is defined as a solution in which the intermolecular interaction between intermolecular interaction मतलब ਜਦੋਂ ਦੋਨੋਂ ਆਪਾਂ ਮਿਕਸ ਕਰਾਂਗੇ ਠੀਕ ਹੈ ਆਪਾਂ ਨੂੰ ਪਤਾ ਮਿਕਸ ਕਰਾਂਗੇ ਤਾਂ ਕੀ ਬਣੇਗੀ AB ਆ intermolecular interaction ਹੋਗੀ ਠੀਕ ਹੈ intermolecular ਕੀ ਹੋ ਗਈ ਆਪਣੇ ਕੋਲੇ interaction ਹੋਗੀ ठीक है intermolecular interaction between the component AB attraction are of the same magnitude मतलब ਜਿਹੜੀ AB इंटरेक्शन होएगी ਜਿਹੜੀ ਆ ਵਾਲੀ इंटरेक्शन होएगी ਇਹਦਾ मैग्नीट्यूड सेम होएगा ਕਿੰਦੇ intermolecular interaction found in the pure components AA attraction and BB attraction मतलब AB ਨੂੰ ਜਦੋਂ ਮਿਕਸ ਕਰਾਂਗੇ ਆਪਾਂ ਇਹਦੇ ਵਿੱਚ ਜਿਹੜੀਆਂ intermolecular interaction ਹੋਏਗੀ ਜਿਹੜਾ ਇਹਦਾ मैग्नीट्यूड ਹੋਏਗਾ ਜਦੋਂ A ਕੱਲਾ ਸੀਗਾ ਬੇਟੇ ਪਿਓਰ ਸਟੇਟ ਦੇ ਵਿੱਚ ਪਿਆ ਸੀ ਮਿਕਸ ਨਹੀਂ ਸੀ ਕੀਤਾ ਤਾਂ ਇਹ ਪਿਓਰ ਸਟੇਟ ਦੇ ਵਿੱਚ ਪਿਆ ਸੀ ਤੇ ਇਹ ਮੋਲੀਕਿਊਲ ਦੇ ਵਿੱਚ ਇੰਟਰੈਕਸ਼ਨ ਹੋਏਗੀ ਇਹਦੀ ਇੰਟਰੈਕਸ਼ਨ ਉਸੇ ਤਰ੍ਹਾਂ ਹੀ BB ਆਪਾਂ ਕੱਲਾ ਪਿਓਰ ਲੈ ਰੱਖਿਆ ਹੈ ਹਜੇ ਮਿਕਸ ਨਹੀਂ ਕੀਤਾ ਤੇ BB ਮੋਲੀਕਿਊਲ ਦੇ ਵਿੱਚ ਦੀ ਜਿਹੜੀ ਇੰਟਰੈਕਸ਼ਨ ਹੋਏਗੀ ਇਹਨਾਂ ਸਾਰਿਆਂ ਦਾ ਜਿਹੜਾ ਮੈਗਨੀਟਿਊਡ ਹੋਏਗਾ ਉਹ ਕੀ ਹੋਏਗਾ ਬੇਟੇ ਸੇਮ ਮੈਗਨੀਟਿਊਡ ਕੀ ਹੋਏਗਾ ਸਾਰਿਆਂ ਦਾ ਸੇਮ ਮਤਲਬ ਇਸੇ ਕਰਕੇ ਇਹਦੇ ਵੋਲਿਊਮ ਤੇ ਐਂਥੈਲਪੀ ਦੇ ਉੱਪਰ ਕੋਈ ਚੇਂਜ ਨਹੀਂ ਹੁੰਦਾ ਕਿਉਂਕਿ ਜਿੰਨੀ AA ਪਿਓਰ ਸਟੇਟ ਦੇ ਵਿੱਚ ਇੰਟਰੈਕਸ਼ਨ ਸੀ AA ਮੋਲੀਕਿਊਲ ਦੇ ਵਿੱਚ ਉਨੀ ਹੀ ਇੰਟਰੈਕਸ਼ਨ BB ਮੋਲੀਕਿਊਲ ਦੇ ਵਿੱਚ ਸੀ ਤੇ ਜਦੋਂ ਇਹਨਾਂ ਨੂੰ ਮਿਕਸ ਕਰਤਾ ਆਫਟਰ ਮਿਕਸਿੰਗ AB ਦੇ ਵਿੱਚ ਜਿਹੜੀ ਮੈਗਨੀਟਿਊਡ ਆਏਗਾ ਇੰਟਰਮੋਲੀਕੂਲਰ ਇੰਟਰੈਕਸ਼ਨ ਦਾ ਉਹ ਵੀ ਕੀ ਹੋਏਗਾ ਇਹਨਾਂ ਦੇ ਸੇਮ ਹੀ ਹੋਏਗਾ ਠੀਕ ਹੈ ਮਤਲਬ ਇਹਨਾਂ ਚ ਫੋਰਸ ਆਫ ਅਟਰੈਕਸ਼ਨ ਤਿੰਨਾਂ ਚ ਕੀ ਰਹੇਗੀ ਸੇਮ ਚਾਹੇ ਪਿਓਰ ਸਟੇਟ ਦੇ ਵਿੱਚ ਕੱਲੇ ਇਹਨੂੰ ਲੈ ਲਓ ਚਾਹੇ ਪਿਓਰ ਸਟੇਟ ਦੇ ਵਿੱਚ ਇਹਨੂੰ ਲੈ ਲਓ ਚਾਹੇ ਦੋਨਾਂ ਨੂੰ ਮਿਕਸ ਕਰਕੇ ਲੈ ਲਓ ਠੀਕ ਹੈ ਬੇਟੇ ਸਮਝ ਲੱਗੀ ਉਸ ਤੋਂ ਬਾਅਦ ਕੀ ਆਇਆ ਇਹ ਤਿੰਨੀਆਂ ਡੈਫੀਨੇਸ਼ਨਸ ਆ ਗਈਆਂ ਬੇਟੇ समझ लगी दोनों तरह की डेफिनेशंस मतलब जेड़ा Rod's law ਨੂੰ ओबे करेगा ठीक है किसी भी टेंपरेचर या कंसंट्रेशन ਦੇ ਵਿੱਚ ਜਾਂ ਜਿੰਦੀ ਵੋਲਿਊਮ ਜਾਂ ਐਂਥੈਲਪੀ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ ਕਦੋਂ ਬੇਟੇ ਜਦੋਂ ਸੋਲਿਊਟ ਐਂਡ ਸੋਲਵੈਂਟ ਨੂੰ ਮਿਕਸ ਕਰ ਦਿੰਦੇ ਆਪਾਂ ਜਾਂ ਇਹਦੇ ਜਿਹੜੇ ਕੰਪੋਨੈਂਟਸ ਹੋਣਗੇ AB ਦੀ ਇੰਟਰਮੋਲੀਕੂਲਰ ਇੰਟਰੈਕਸ਼ਨ ਠੀਕ ਹੈ ਇਹਦਾ ਮੈਗਨੀਟਿਊਡ ਕਿਹਦੇ ਬਰਾਬਰ ਹੋਏਗਾ
इंटरमोलिकुलर इंटरेक्शन फाउंड इन प्योर कंपोनेंट AA एंड BB मतलब AB ਦੇ ਵਿੱਚ ਜਿਹੜਾ ਮੈਗਨੀਟਿਊਡ ਹੈ इंटरमोलिकुलर इंटरेक्शन ਦਾ ਮੈਗਨੀਟਿਊਡ ਹੈ AA प्योर स्टेट ਦੇ ਵਿੱਚ BB प्योर स्टेट ਦੇ ਵਿੱਚ ਕਿੰਨੇ ਕੀ ਹੋਣਗੇ ਬੇਟੇ ਇਹਨਾਂ ਦਾ ਮੈਗਨੀਟਿਊਡ ਕੀ ਹੋਏਗਾ सेम ਹੋਏਗਾ ठीक है बेटे समझ लगी उससे तरह नेक्स्ट बेटे अपने को होगा नॉन आइडियल सॉल्यूशन नेक्स्ट की होगा अपने को नॉन आइडियल सॉल्यूशन की बनेगा बेटे अपने को इनके अपोजिट बनेगा फिर ये रोल्स लॉ ਨੂੰ ओबे करता है तो रोल्स लॉ ਨੂੰ ओबे नहीं करेगा आ सॉल्यूशन व्हिच डज नॉट ओबे रोल्स लॉ ਜਿਹੜਾ रोल्स लॉ ਨੂੰ ओबे नहीं करेगा सिंपल ही ਗੱਲ ਇਹਦੀ ਡੈਫੀਨੇਸ਼ਨ ਕੀ ਸੀਗੀ ਵੀ नो वॉल्यूम चेंज नो एंथैल्पी चेंज नो मिक्स कर देना फिर ਇਹਦੇ ਚ ਕੀ ਆਏਗਾ थोड़ा बहुत चेंज करवाएगा ठीक है in which some change occur in volume and enthalpy of mixing the solute and solvent मतलब ਇਹਦਾ ਜਿਹੜਾ डेल्टा V मिक्सिंग होएगा is not equal to 0 ठीक है बेटे ਤੇ डेल्टा H मिक्सिंग होएगा ਜਿਹੜਾ ਉਹ ਵੀ is not equal to 0 आएगा क्योंकि ਇਹਦੇ ਵਿੱਚ ਥੋੜਾ ਬਹੁਤ ਵੋਲਿਊਮ ਤੇ ਐਂਥੈਲਪੀ ਦੇ ਵਿੱਚ ਕੀ ਹੋਏਗਾ ਥੋੜਾ ਬਹੁਤ ਬੇਟੇ चेंज आएगा ठीक है ਜਦੋਂ ਮਿਕਸ ਕਰਾਂਗੇ ਆਪਾਂ ਸੋਲੂਟ ਤੇ ਸੋਲਵੈਂਟ ਮਤਲਬ AB ਕੰਪੋਨੈਂਟ ਨੂੰ ਮਿਕਸ ਕਰਾਂਗੇ ਥਰਡ ਵੇ ਦੀ ਡੈਫੀਨੇਸ਼ਨ ਕੀ ਹੈ ਦੇਖੋ ਇਹਨਾਂ ਦਾ AB ਜਦੋਂ ਮਿਲਾ ਦਿੱਤਾ ਸੀਗਾ ਇਹਨਾਂ ਨੂੰ ਸੋਲੂਸ਼ਨ ਬਣਾਤਾ ਉਦੋਂ ਇੰਟਰਮੋਲਿਕੂਲਰ ਇੰਟਰੈਕਸ਼ਨ ਇਹਨਾਂ ਦੀ ਪਿਓਰ ਸਟੇਟ ਦੇ ਵਿੱਚ ਇੰਟਰਮੋਲਿਕੂਲਰ ਇੰਟਰੈਕਸ਼ਨ ਦਾ ਜਿਹੜਾ ਮੈਗਨੀਟਿਊਡ ਸੀ ਸੇਮ ਸੀਗਾ ਫਿਰ ਇਹਦੇ ਵਿੱਚ ਕੀ ਆਏਗਾ ਡਿਫਰੈਂਟ ਆਏਗਾ ਠੀਕ ਹੈ ਬੇਟੇ a non ideal solution is that solution in which solute and solvent molecule interact with one another ਜਿਹੜੇ solute ਤੇ solvent ਇੱਕ ਦੂਜੇ ਨੂੰ ਅਟਰੈਕਟ ਕਰਨਗੇ ਮਤਲਬ ਇੱਕ ਦੂਜੇ ਨੂੰ AB ਅਟਰੈਕਟ ਕਰਨਗੇ ਜਿਹੜੀ इंटरमोलिकुलर इंटरेक्शन होगी with a different force a different force ना होगी then the force of interaction between molecule of pure component मतलब AB ਦੀ ਜਿਹੜੀ force of interaction है AA ਤੇ BB ਨਾਲੋਂ ਅਲੱਗ ਹੋਏਗੀ ਠੀਕ ਹੈ ਬੇਟੇ AA ਦੀ AB ਦੀ ਜਿਹੜੀ ਇੰਟਰੈਕਸ਼ਨ ਹੈ AA ਤੇ BB ਨਾਲੋਂ ਕੀ ਹੋਏਗੀ ਅਲੱਗ ਹੋਏਗੀ मतलब ਇਹ ਵਾਲੀ ਜਿਹੜੀ ਇੰਟਰਮੋਲਿਕੂਲਰ ਫੋਰਸ ਆਫ ਇੰਟਰੈਕਸ਼ਨ ਹੈ ਇਹਨਾਂ ਦੋਨਾਂ ਨਾਲੋਂ ਜ਼ਿਆਦਾ ਵੀ ਹੋ ਸਕਦੀ ਹੈ ਤੇ ਲੈਸ ਵੀ ਹੋ ਸਕਦੀ ਹੈ ਠੀਕ ਹੈ ਬੇਟੇ मतलब AB ਦੀ ਜਿਹੜੀ ਇੰਟਰਮੋਲਿਕੂਲਰ ਇੰਟਰੈਕਸ਼ਨ ਹੈ ਉਹ AA ਤੇ BB ਦੇ ਨਾਲੋਂ ਜ਼ਿਆਦਾ ਵੀ ਹੋ ਸਕਦੀ ਹੈ ਤੇ ਲੈਸ ਵੀ ਹੋ ਸਕਦੀ ਹੈ ਇਸੇ ਹੀ ਵਜ੍ਹਾ ਨਾਲ ਨੋਨ ਆਈਡੀਅਲ ਸੋਲੂਸ਼ਨ ਨੂੰ ਟੂ ਟਾਈਪਸ ਵਿੱਚ ਡਿਵਾਈਡ ਕੀਤਾ ਗਿਆ ਇੱਕ ਵਾਰ ਤੇ ਆਪਾਂ ਜ਼ਿਆਦਾ ਲੈ ਕੇ ਦੇਖ ਲਾਂਗੇ AA ਤੇ BB ਦੇ ਇੰਟਰਮੋਲਿਕੂਲਰ ਇੰਟਰੈਕਸ਼ਨ ਨਾਲੋਂ ਤੇ ਇੱਕ ਵਾਰੀ ਇਹਦੀ ਮੈਗਨੀਟਿਊਡ ਨੂੰ ਆਪਾਂ ਕੀ ਲੈ ਕੇ ਦੇਖ ਲਾਂਗੇ ਘੱਟ ਲੈ ਕੇ ਦੇਖ ਲਾਂਗੇ ਦੇਖਾਂਗੇ ਸੋਲੂਸ਼ਨ ਉੱਪਰ वेपर प्रेशर के ऊपर की इफेक्ट पैंदा ठीक है बेटे टाइप्स ऑफ नॉन आइडियल सॉल्यूशन हां जी इससे करके इन्हों दो टाइप्स में डिवाइड किया है टाइप्स ऑफ नॉन आइडियल सॉल्यूशन तीन टाइप्स नॉन आइडियल सॉल्यूशन शोइंग पॉजिटिव डेविएशंस मतलब ਜਿਹੜੇ नॉन आइडियल सॉल्यूशन है वो पॉजिटिव डेविएशन शो करते हैं या कि शो करते हैं नॉन आइडियल सॉल्यूशन शोइंग नेगेटिव डेविएशन कदों पॉजिटिव शो करनगे ते कदों नेगेटिव शो करनगे ये डिपेंड करेगा इंटरमोलिकुलर इंटरेक्शन पे मतलब AB दी इंटरमोलिकुलर इंटरेक्शन है AA ਤੇ BB ਨਾਲੋਂ ਗ੍ਰੇਟਰ ਹੈ ਜਾਂ AB ਦੀ ਇੰਟਰਮੋਲਿਕੂਲਰ ਇੰਟਰੈਕਸ਼ਨ ਹੈ ਇਹ A ਤੇ BB ਨਾਲੋਂ ਲੈਸ ਹੈ ਇਹ ਇਹਦੇ ਤੇ ਡਿਪੈਂਡ ਕਰੇਗਾ ਕਿ ਪੋਜ਼ਿਟਿਵ ਸ਼ੋ ਕਰੇਗਾ ਇਹ ਨੈਗੇਟਿਵ ਸ਼ੋ ਕਰੇਗਾ ਚਲੋ ਆਪਾਂ ਬੇਟੇ ਕਰਕੇ ਦੇਖਦੇ ਹਾਂ ਆਪਾਂ ਇੱਕ ਗ੍ਰਾਫ ਬਣਾ ਲਿਆ ਠੀਕ ਹੈ ਜੀ ਪਿਓਰ ਸਟੇਟ ਦੇ ਵਿੱਚ ਲੈ ਲਿਆ ਆਪਾਂ ਪਿਓਰ ਸਟੇਟ ਦੇ ਵੇਪਰ ਪ੍ਰੈਸ਼ਰ A ਦਾ ਤੇ ਪਿਓਰ ਸਟੇਟ ਦੇ ਵਿੱਚ ਵੇਪਰ ਪ੍ਰੈਸ਼ਰ ਆਫ B ਹਾਂਜੀ ਬੇਟੇ ਆਪਾਂ ਕੀ ਕੀਤਾ ਜਦੋਂ ਪੋਜ਼ਿਟਿਵ ਡੈਵੀਏਸ਼ਨ ਸ਼ੋ ਕਰੇਗਾ ਪੋਜ਼ਿਟਿਵ ਡੈਵੀਏਸ਼ਨ ਸ਼ੋ ਕਰੇਗਾ ਤਾਂ ਇਹਦਾ ਮਤਲਬ ਕੀ ਹੋਏਗਾ ਜਿਹੜੀ A B ਦਾ मैग्नीट्यूड है इनका मैग्नीट्यूड होएगा इंटरेक्शन का मैग्नीट्यूड इज लेस than AA and BB AA and BB मतलब ਜਦੋਂ ਮੋਲੀਕਿਊਲ A ਜਾਂ ਮੋਲੀਕਿਊਲ B ਮੋਲੀਕਿਊਲਸ ਆਫ A ਜਾਂ ਮੋਲੀਕਿਊਲਸ ਆਫ B ਆਪਦੀ ਪਿਓਰ ਸਟੇਟ ਦੇ ਵਿੱਚ ਪਏ ਇਹਦੇ ਵਿੱਚ ਪਏ ਨੇ ਆਪਦੀ ਪਿਓਰ ਸਟੇਟ ਦੇ ਵਿੱਚ ਤੇ A ਦੇ ਵਿੱਚ ਤੇ BB ਦੇ ਵਿੱਚ ਜਿਹੜੀ ਇੰਟਰਮੋਲਿਕੂਲਰ ਇੰਟਰੈਕਸ਼ਨ ਹੋਏਗੀ ਫੋਰਸ ਹੋਏਗੀ ਉਹਦਾ ਮੈਗਨੀਟਿਊਡ ਜ਼ਿਆਦਾ ਹੋਏਗਾ ਕਿਹਦੇ ਨਾਲੋਂ ਮਿਕਸਿੰਗ ਕਰਨ ਤੋਂ ਬਾਅਦ ਠੀਕ ਹੈ ਮਿਕਸਿੰਗ ਕਰਨ ਤੋਂ ਬਾਅਦ ਇਹਨਾਂ ਦਾ AB ਦਾ ਕੀ ਹੋਏਗਾ ਲੈਸ ਹੋ ਜਾਏਗਾ ਮਿਕਸਿੰਗ ਕਰਨ ਤੋਂ ਬਾਅਦ ਠੀਕ ਹੈ ਮਿਕਸਿੰਗ ਕਰਨ ਤੋਂ ਪਹਿਲਾਂ ਕੀ ਹੋਏਗਾ AA ਦਾ BB ਦਾ ਕੀ ਹੋਏਗਾ ਜ਼ਿਆਦਾ ਹੋਏਗਾ ਫਿਰ ਕੀ ਹੋਏਗਾ ਬੇਟੇ ਆਪਾਂ ਨੂੰ ਪਤਾ ਹੈ ਜਿਹਨਾਂ ਦਾ ਮੈਗਨੀਟਿਊਡ ਜ਼ਿਆਦਾ ਇਹਨਾਂ ਦਾ ਮੈਗਨੀਟਿਊਡ ਕੀ ਹੈ ਆਪਣੇ ਕੋਲੇ ਜ਼ਿਆਦਾ ਇਹ ਤਾਂ ਆਪਾਂ ਆਈਡੀਅਲ ਪ੍ਰੈਸ਼ਰ ਲੈ ਲਿਆ ਠੀਕ ਹੈ ਇਹ ਕੀ ਲੈ ਲਿਆ ਬੇਟੇ ਆਪਾਂ ਆਈਡੀਅਲ ਪ੍ਰੈਸ਼ਰ ਇਹ ਵੀ ਆਈਡੀਅਲ ਲੈ ਲਿਆ ਆਪਾਂ ਪਿਓਰ ਸਟੇਟ ਦੇ ਵਿੱਚ ਇਹ ਵੀ ਆਈਡੀਅਲ ਲੈ ਲਿਆ ਆਪਾਂ ਪਿਓਰ ਸਟੇਟ ਦੇ ਵਿੱਚ ਠੀਕ ਹੈ ਜਦੋਂ ਆਪਾਂ ਇਹਦੀ ਮਿਕਸਿੰਗ ਕੀਤੀ ਬੇਟੇ ਕੀ ਕੀਤੀ ਆਪਾਂ ਇਹਦੀ ਮਿਕਸਿੰਗ ਹੁਣ ਆਪਾਂ ਨੂੰ ਪਤਾ ਹੈ ਜੇ ਇੰਟਰਮੋਲਿਕੂਲਰ ਫੋਰਸ ਜ਼ਿਆਦਾ ਹੀਟ ਜ਼ਿਆਦਾ ਦੇਣੀ ਪਏਗੀ ਹੀਟ ਜ਼ਿਆਦਾ ਦੇਣੀ ਪਏਗੀ ਤੇ ਇਹ ਵੇਪਰ ਸਟੇਟ ਦੇ ਵਿੱਚ ਘੱਟ ਕਨਵਰਟ ਹੋਣਗੇ ਤੇ ਇਹਨਾਂ ਦੀ ਇੰਟਰਮੋਲਿਕੂਲਰ ਫੋਰਸ ਘੱਟ ਹੈ ਬੇਟੇ ਤੇ ਇਹਦਾ ਬੋਇਲਿੰਗ ਪੁਆਇੰਟ ਵੀ ਕੀ ਹੋਏਗਾ ਲੈਸ ਹੋਏਗਾ ਬੋਇਲਿੰਗ ਪੁਆਇੰਟ ਮਤਲਬ ਇਹਨੂੰ ਕੀ ਹੋਏਗਾ ਹੀਟ ਘੱਟ ਦੇਣੀ ਪਏਗੀ ਹੀਟ ਘੱਟ ਦੇਾਂਗੇ ਤੇ ਇਹਦੇ ਵੇਪਰ ਜਲਦੀ ਬਣਨਗੇ ਤੇ ਆਪਾਂ ਨੂੰ ਪਤਾ ਜਦੋਂ ਵੇਪਰ ਜਲਦੀ ਬਣਨਗੇ ਤਾਂ ਉਹਦੇ ਵੋਲਿਊਮ ਤੇ ਐਂਥੈਲਪੀ ਦੇ ਵਿੱਚ ਚੇਂਜ
चेंज तो आएगा, ठीक है बेटे। एक्चुअल प्रेशर की हो जाएगा बेटे ज्यादा, आइडियल प्रेशर नालों एक्चुअल प्रेशर की हो जाएगा ज्यादा, क्यों? क्योंकि ਇਹਦੀ ਜਿਹੜੀ इंटरमोलिकुलर फोर्स ऑफ अट्रैक्शन है बेटे ਇਹਦੀ मैग्नीट्यूड घट है, किन्ने नालों घट है? AA ਤੇ BB ਦੀ अट्रैक्शन नालों मॉलिक्यूलर ਦਾ ਇਹਦਾ फोर्स ਕੀ ਹੈ बेटे घट है, ठीक है। ਇਸ ਕਰਕੇ ਇਹਨੂੰ ਘੱਟ ਟੈਂਪਰੇਚਰ ਦੇਣਾ ਪਵੇ ਜਿੰਨੀ ਵਜ੍ਹਾ ਨਾਲ वेपर ज्यादा ਬਣਨਗੇ, वेपर ज्यादा ਬਣਨਗੇ ਤੇ ਇਹਦਾ एक्चुअल प्रेशर ਕੀ ਹੋ ਜਾਏਗਾ ज्यादा हो जाएगा, वॉल्यूम इंक्रीज हो जाएगा, तो इधर भी इंक्रीज आ जाएगा थोड़ा बहुत, इधर भी इंक्रीज आ जाएगा, तो इथे की बनेगा ये बेटे मैक्सिमम, इथे की बनेगा ये मैक्सिमम। तो इधर केस की आएंगे पार्शियल वेपर प्रेशर, जेड़ा पार्शियल वेपर प्रेशर है वो की होएगा ज्यादा, मतलब जेड़े पार्शियल वेपर प्रेशर होएगा वो की होएगा ज्यादा किंदे नालों एक्चुअल नालों, इनदे नालों आइडियल नालों, ठीक है बेटे। मतलब इज ग्रेटर देन x in mole fraction multiply vapor pressure of A in pure state, ठीक है। उसी तरह PB partial vapor pressure of B, partial vapor pressure ये तो आपके आ गया B, ठीक है बेटे। A दा partial vapor pressure इनके नालों की होएगा ज्यादा, उसी तरह B दा भी की होएगा बेटे ज्यादा ही होएगा, PB दा भी की होएगा partial vapor pressure की होएगा ज्यादा, क्यों? क्योंकि इनके इंटरमोलिकुलर इंटरेक्शन की सी बेटे लेस सी, जिदी वजह नाल वेपर की बनणगे ज्यादा बनणगे, ठीक है। तो वेपर प्रेशर भी की बनेगा फिर बेटे ज्यादा ही होएगा, जिथे ज्यादा वेपर बनणगे तो डेल्टा H मिक्सिंग एंथैल्पी की आएगी इथे पॉजिटिव, ते डेल्टा V मिक्सिंग वॉल्यूम दे विच भी चेंज की आएगा बेटे इथे पॉजिटिव। हां जी बेटे समझ लगी पॉजिटिव डेविएशन कदों शो करेगी, कदों शो करेगी जदों AB दे विच जेडी इंटरमोलिकुलर इंटरेक्शन है वो लेस होएगी, किदे नालों AA प्योर स्टेट दे विच जदों BB प्योर स्टेट दे विच पिया हुंदा इन्हां दे मैग्नीट्यूड नालों इनदी इंटरमोलिकुलर इंटरेक्शन की होएगी लेस, ते इन्हां दे वॉल्यूम दे विच की आ जाएगा इंक्रीज, पॉजिटिव विच की आ जाएगी, ठीक है। ते उसी तरह एंथैल्पी भी की हो जाएगी पॉजिटिव हो जाएगी, ते पार्शियल वेपर प्रेशर भी की हो जाएगा इनका ग्रेटर हो जाएगा, ठीक है बेटे समझ लगी। उसी तरह ही इलेक्ट्रिक डेरिवेशन, ठीक है। ते इस केस दे विच बेटे मिनिमम बॉइलिंग एजियोट्रोप शो करता है, ठीक है। मिनिमम बॉइलिंग एजियोट्रोप मतलब बेटा ਇਹਦਾ एजियोट्रोप ਜਿਹੜਾ ਇੱਕ ਸੋਲੂਸ਼ਨ ਲੈ ਰੱਖਿਆ ਹੈ ਉਹਦਾ ਬੋਇਲਿੰਗ ਪੁਆਇੰਟ ਕੀ ਹੈ ਬੇਟੇ ਮਿਨੀਮਮ ਹੈ, ਠੀਕ ਹੈ। ਥੋੜੇ ਜੇ ਹੀਟ ਕਰਨ ਨਾਲ ਜਿਹੜਾ ਸੋਲੂਸ਼ਨ ਹੋਏਗਾ ਉਹਦੇ ਜਲਦੀ ਵੇਪਰ ਬਣਨੇ ਸ਼ੁਰੂ ਹੋ ਜਾਣਗੇ ਐਸ ਕੰਪੇਅਰ ਟੂ ਇਸ ਪਿਓਰ ਸਟੇਟ, ਠੀਕ ਹੈ ਬੇਟੇ। ਉਸੇ ਤਰ੍ਹਾਂ ਨੈਗੇਟਿਵ ਡੈਰੀਵੇਸ਼ਨ ਦੇ ਵਿੱਚ ਫਿਰ ਬੇਟੇ ਉਲਟ ਹੋ ਜਾਏਗਾ, ਜਿਹੜੀ A ਕੰਪੋਨੈਂਟ ਤੇ B ਕੰਪੋਨੈਂਟ ਜਦੋਂ ਆਪਾਂ ਮਿਕਸ ਕਰਾਂਗੇ ਇਹਨਾਂ ਦੇ ਵਿੱਚ ਜਿਹੜੀ ਇੰਟਰਮੋਲਿਕੂਲਰ ਇੰਟਰੈਕਸ਼ਨ ਹੋਏਗੀ ਇਹ ਗ੍ਰੇਟਰ ਹੋਏਗੀ, ਕੀ ਹੋਏਗੀ ਬੇਟੇ ग्रेटर एज कंपेयर टू कितने नालों AA प्योर स्टेट BB प्योर स्टेट, A की होएगी बेटे लेस, A की होएगी लेस, मतलब ਜਦੋਂ ਇਹ ਪਿਓਰ ਸਟੇਟ ਦੇ ਵਿੱਚ ਸੀਗੇ ਇਹਨਾਂ ਦੀ ਇੰਟਰਮੋਲਿਕੂਲਰ ਇੰਟਰੈਕਸ਼ਨ ਘੱਟ ਸੀ, ਮਤਲਬ ਇਹਨਾਂ ਨੂੰ ਹੀਟ ਦੇਗੇ ਥੋੜੀ ਜਿਹੀ ਤੇ ਇਹਨਾਂ ਦੇ ਵੇਪਰ ਬਣਨੇ ਸ਼ੁਰੂ ਹੋ ਜਾਣਗੇ, ਬਟ ਜਦੋਂ ਇਹਨਾਂ ਨੂੰ ਆਪਾਂ ਮਿਕਸ ਕਰਤਾ, ਮਿਕਸ ਕਰਨ ਤੋਂ ਬਾਅਦ ਜਿਹੜੀ AB ਦੇ ਵਿੱਚ ਇੰਟਰਮੋਲਿਕੂਲਰ ਇੰਟਰੈਕਸ਼ਨ ਬਣੀ ਉਹ ਜ਼ਿਆਦਾ ਬਣੀ, ਮਤਲਬ ਇਹਨਾਂ ਵਿੱਚ ਬੌਂਡ ਕੀ ਬਣਿਆ ਸਟਰੋਂਗ ਬਣਿਆ, ਫੋਰਸ ਆਫ ਅਟਰੈਕਸ਼ਨ ਕੀ ਬਣੀ ਸਟਰੋਂਗ ਬਣੀ, ਜਿੰਦੀ ਵਜ੍ਹਾ ਨਾਲ ਇਹਨੂੰ ਹੀਟ ਕੀ ਦੇਣੀ ਪਏਗੀ ਜ਼ਿਆਦਾ, ਇਹਦੇ ਵੇਪਰ ਕੀ ਬਣਨਗੇ ਆਪਣੇ ਘੱਟ ਬਣਨਗੇ, ਵੇਪਰ ਘੱਟ ਬਣਨਗੇ ਤੇ ਵੇਪਰ ਪ੍ਰੈਸ਼ਰ ਵੀ ਕੀ ਹੋਏਗਾ ਉੱਤੇ ਘੱਟ ਹੋਏਗਾ, ਤੇ ਵੋਲਿਊਮ ਵੀ ਹੋ ਜਾਏਗਾ ਕੀ ਹੋ ਜਾਏਗਾ ਬੇਟੇ ਆਪਣੇ ਕੋਲੇ ਮਿਨੀਮਮ ਹੋ ਜਾਏਗਾ, ਠੀਕ ਹੈ। ਇਹ ਤਾਂ ਆਈਡੀਅਲ ਪ੍ਰੈਸ਼ਰ ਸੀਗਾ, ਠੀਕ ਹੈ। ਤੇ ਐਕਚੁਅਲ ਕੀ ਆ ਜਾਏਗਾ ਆਪਣੇ ਕੋਲੇ नीचे चला जाएगा, क्योंकि अपन को पता है AB दी ਜਿਹੜੀ इंटरेक्शन है वो की होगी ज्यादा, ठीक है। बॉन्ड स्ट्रांग बन गया तो ਇਹਦੇ वेपर की बन गए फिर घट बन गए, ठीक है। ਇਸੇ ਕਰਕੇ ਦਾ वेपर प्रेशर की हो जाएगा घट जाएगा, ठीक है बेटे। उसी तरह ही PA ਦਾ वेपर प्रेशर घट जाएगा, PB ਦਾ वेपर प्रेशर घट जाएगा एक्चुअल नालों इस आइडियल नालों, ठीक है बेटे इस आइडियल नालों घट जाएगा। उसी तरह सेम ਜਿਵੇਂ ਦੇ ਪਾਰਸ਼ੀਅਲ वेपर प्रेशर ਕੀ ਸੀਗਾ ग्रेटर ਸੀਗਾ, क्योंकि पार्शियल वेपर प्रेशर ग्रेटर चल रहा ਸੀਗਾ, ਇਹਨਾਂ ਚ ਪਾਰਸ਼ਲ ਵੇਪਰ ਪ੍ਰੈਸ਼ਰ ਕੀ ਹੋ ਜਾਏਗਾ ਫਿਰ ਲੈਸ ਹੋ ਜਾਏਗਾ, ਕੀ ਹੋ ਗਿਆ ਬੇਟੇ ਲੈਸ ਹੋ ਗਿਆ। ਉਸੇ ਤਰ੍ਹਾਂ PB ਦਾ ਵੀ ਕੀ ਹੋ ਜਾਏਗਾ PB ਦਾ ਵੀ ਲੈਸ ਹੋ ਗਿਆ, ਆਈਡੀਅਲ ਨਾਲੋਂ ਕੀ ਹੋ ਗਿਆ ਲੈਸ ਹੋ ਗਿਆ। ਦੇਖੋ ਇੱਥੇ ਆਈਡੀਅਲ ਨਾਲੋਂ ਕੀ ਹੋਇਆ ਸੀਗਾ ਇਨਕਰੀਜ਼ ਹੋਇਆ ਸੀ ਉੱਪਰ ਨੂੰ ਸੀਗੇ, ਠੀਕ ਹੈ ਇਨਕਰੀਜ਼ ਹੋਇਆ ਸੀ ਇਸ ਕਰਕੇ ਗ੍ਰੇਟਰ ਸੀਗਾ ਤੇ ਪੋਜ਼ਿਟਿਵ ਹੋਇਆ ਸੀ। ਇੱਥੇ ਕੀ ਹੋ ਰਿਹਾ ਬੇਟੇ ਇਹ ਐਕਚੁਅਲ ਥੱਲੇ ਚਲਾ ਗਿਆ, PB ਦਾ ਵੀ ਨੀਚੇ ਆ ਗਿਆ, ਠੀਕ ਹੈ PA ਦਾ ਵੀ ਨੀਚੇ ਆ ਗਿਆ, ਤੇ PB ਦਾ ਵੀ ਕੀ ਹੋ ਜਾਏਗਾ ਲੈਸ ਹੋ ਜਾਏਗਾ, ਤੇ डेल्टा H मिक्सिंग की होएगी नेगेटिव, ਤੇ डेल्टा V मिक्सिंग भी की होएगी बेटे नेगेटिव। ਤੇ ਇੱਥੇ ਜਿਵੇਂ ਆਪਣੇ ਕੋਲੇ ਮਿਨੀਮਮ ਬੋਇਲਿੰਗ ਐਜ਼ੋਟੋਪ ਸੀਗਾ ਤੇ ਇੱਥੇ ਕੀ ਆ ਜਾਏਗਾ बेटे ਆਪਣੇ ਕੋਲੇ मैक्सिमम बॉइलिंग एजियोट्रोप। ये बेटे ਜਿਹੜਾ ਇਹ ਐਜ਼ੋਟੋਪ ਇਹ ਸੋਲੂਸ਼ਨ ਹੋਏਗਾ ਆਪਣੇ ਕੋਲੇ,
ठीक है, इनका बॉइलिंग पॉइंट भी हो जाएगा मैक्सिमम। क्यों? क्योंकि इनकी ਜਿਹੜੀ AB बनी है फोर्स ऑफ ट्रैक्शन इज स्ट्रांग है एज कंपेयर टू AA एंड BB। ठीक है, तो यही चीज बड़े ਆਪਾਂ ਇੱਥੇ ਕਰਕੇ ਆਏ ਸੀ, मतलब ਸੋਲਿਊਟ ਤੇ ਸੋਲਵੈਂਟ ਦੀ ਜਿਹੜੀ ਇੰਟਰੈਕਸ਼ਨ ਪਾਵਰ ਹੁੰਦੀ ਹੈ, ਫੋਰਸ ਹੁੰਦੀ ਹੈ, ਉਹ ਡਿਫਰੈਂਟ ਹੁੰਦੀ ਹੈ ਕਿਹਦੇ ਨਾਲੋਂ? ਉਹਨਾਂ ਦੇ ਪਿਓਰ ਕੰਪੋਨੈਂਟਸ ਨਾਲੋਂ। ਇੱਕ ਵਾਰੀ ਆਪਾਂ ਇਹਨੂੰ ਲੈਸ ਕਰਕੇ ਦੇਖ ਲਿਆ, ठीक है, ਇਹਦੇ ਪਿਓਰ ਕੰਪੋਨੈਂਟ ਨਾਲੋਂ ਵੀ ਲੈਸ ਹੋਏ ਤਾਂ ਕੀ ਬਣੇਗਾ? ਉਦੋਂ ਤਾਂ ਪੋਜ਼ਿਟਿਵ ਡੈਵੀਏਸ਼ਨ ਸ਼ੋ ਕਰੇਗੀ, ਤੇ ਜਦੋਂ AB ਦੀ ਇੰਟਰੈਕਸ਼ਨ ग्रेटर हो जाएगी ਉਹਦੀ ਪਿਓਰ ਸਟੇਟ ਨਾਲ, ਉਦੋਂ ਇਹ ਕੀ ਕਰੇਗੀ? ਨੈਗੇਟਿਵ ਡੈਵੀਏਸ਼ਨ ਸ਼ੋ ਕਰੇਗੀ। ठीक है बेटे, समझ लगी? बहुत सिंपल ये टॉपिक है बेटे, डेफिनेशन है, थोड़ा थोड़ा सिंपल या टॉपिक है, कोई ज्यादा औखा नहीं है बेटे। डिफरेंस भी पूछा जा सकता ਤੁਹਾਡੇ ਕੋਲੋਂ, ਆਈਡੀਅਲ ਤੇ ਨੋਨ ਆਈਡੀਅਲ ਸੋਲੂਸ਼ਨ ਦੇ ਵਿੱਚ ਡਿਫਰੈਂਸ ਕਰ ਲੈਣਾ ਇੱਕ ਤਾਂ ਤੁਸੀਂ, ਤੇ ਇੱਕ ਨੋਨ ਆਈਡੀਅਲ ਤੇ ਨੋਨ ਆਈਡੀਅਲ ਸ਼ੋਇੰਗ ਪੋਜ਼ਿਟਿਵ ਡੈਵੀਏਸ਼ਨ, ਨੋਨ ਆਈਡੀਅਲ ਸ਼ੋਇੰਗ ਨੈਗੇਟਿਵ ਡੈਵੀਏਸ਼ਨ, ਇਹਨਾਂ ਦੋਨਾਂ ਵਿੱਚ ਡਿਫਰੈਂਸ। ठीक है बेटे, तो दो डिफरेंस के क्वेश्चन बनते हैं। फर्स्ट क्वेश्चन की बनेगा डिफरेंस बिटवीन आइडियल सॉल्यूशन एंड नॉन आइडियल सॉल्यूशन। इनकी डेफिनेशंस हो गई बेटे, ठीक है, ਤੁਸੀਂ ਇਹਨੂੰ ਡਿਫਰੈਂਸ ਕਰ ਸਕਦੇ ਹੋ ਇਜ਼ੀਲੀ। ਤੇ ਯਾਰ ਇਹਦਾ ਕੁਐਸਚਨ ਕੀ ਬਣ ਸਕਦਾ? ਸੈਕੰਡ ਕੁਐਸਚਨ ਇੱਥੇ डिफरेंस बिटवीन नॉन आइडियल सॉल्यूशन शोइंग पॉजिटिव डेविएशन एंड शोइंग नेगेटिव डेविएशन, ਇਹਨਾਂ ਦੋਨਾਂ ਵਿੱਚ ਵੀ डिफरेंस ਬਣ ਸਕਦਾ ਹੈ। ठीक है बेटे, तो दो डिफरेंस के क्वेश्चन बन सकते हैं। थ्योरेटिकल पार्ट है, कोई मुश्किल नहीं है, बिल्कुल इजी है बेटे, समझने की जरूरत है, थोड़ा समझ के करोगे तो और इजी हो जाएगा। आई होप ਤੁਹਾਨੂੰ ਵਧੀਆ ਸਮਝ ਲੱਗਿਆ